ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਪ੍ਰਾਨੀ ਨਾਰਾਇਣ ਸੁਧ ਲੇ, ਛਿਨ ਛਿਨ ਔਦ ਕਟਹਿ ਨਿਸਵਾਸੁਰ, ਬਿਰਥਾ ਜਾਤ ਹੈ ਦੇ। ਤਰਨਾਪੋ ਬਿਖਿਅਨ ਸਿਉ ਖੋਇਓ, ਬਾਲਪਨ ਅਗਿਆਨਾ। ਬਿਰਧ ਭਇਓ ਅਜਹੂ ਨਹਿ ਸਮਝੈ, ਕੌਣ ਕੁਮਤ ਉਰਝਾਨਾ। ਮਾਨਸ ਜਨਮ ਦਿਓ ਜਹ ਠਾਕੁਰ, ਸੋ ਤੈ ਕਿਉ ਬਿਸਰਾਇਓ। ਮੁਕਤ ਹੋਤ ਨਰ ਜਾ ਕੈ ਸਿਮਰੈ, ਨਿਮਖ ਨਾ ਤਾਕਉ ਗਾਇਓ। ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨਾ ਕਾਹੂ ਜਾਈ। ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਬਾਲ ਜੁਆਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰਿ ਭਜਨ ਬਿਨ, ਬਿਰਥਾ ਸਭ ਹੀ ਮਾਨ। ਕਹੋ ਨਾਨਕ ਹਰਿ ਭਜਨ ਬਿਨ, ਬਿਰਥਾ ਸਭ ਹੀ ਮਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਕੁੱਲ ਕਾਇਨਾਤ ਦੇ ਮਾਲਕ, ਸੁੱਖਾਂ ਦੇ ਸਾਗਰ, ਪਰਮ ਕਿਰਪਾਲੂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਖਸਮ ਕੀ ਬਾਣੀ ਦੇ ਰਸ ਭਿੰਨੇ ਕੀਰਤਨ ਵਿੱਚ ਹਾਜ਼ਰੀ ਲਵਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਸਤਿਗੁਰਾਂ ਦੇ ਪਾਵਨ ਸਲੋਕਾਂ ਦੀ ਚੱਲ ਰਹੀ ਵਿਚਾਰ ਲੜੀ ਦੇ ਵਿੱਚ ਵੀ ਹਾਜ਼ਰੀ ਲਵਾਉਣ ਦਾ ਯਤਨ ਕਰੀਏ। ਸਤਿਗੁਰਾਂ ਦਾ ਅੱਜ 35ਵਾਂ 35th ਸ਼ਲੋਕ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰਿ ਭਜਨ ਬਿਨ, ਬਿਰਥਾ ਸਭ ਹੀ ਮਾਨ। ਸਾਹਿਬ ਜੀ ਕਹਿੰਦੇ ਤਿੰਨ ਅਵਸਥਾਵਾਂ ਨੇ ਜ਼ਿੰਦਗੀ ਦੀਆਂ, ਤਿੰਨੇ ਹੀ ਵੇਸਟ ਜਾਂਦੀਆਂ ਪਈਆਂ ਨੇ ਉਹਦੀ ਬੰਦਗੀ ਤੋਂ ਬਿਨਾਂ। ਆਓ ਸਾਧ ਸੰਗਤ, ਸਾਹਿਬ ਜੀ ਕੀ ਇਸ ਪਾਵਨ ਸਲੋਕ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਸਮਝਣ ਦੀ ਕੋਸ਼ਿਸ਼ ਕਰੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਹ ਜਿਹੜਾ ਮਨੁੱਖਾ ਜੀਵਨ ਹੈ ਨਾ, ਇਹ ਬੜੀ ਮੁਸ਼ਕਿਲ ਦੇ ਨਾਲ ਮਿਲਿਆ ਹੈ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ, ਹਰ ਕੋਈ ਇਸ ਗੱਲ ਤੋਂ ਜਾਣੂ ਹੈ
ਕਿ ਇਹ ਮਨੁੱਖਾ ਜੀਵਨ ਬੜੀ ਮੁਸ਼ਕਲ ਦੇ ਨਾਲ ਮਿਲਿਆ। ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਨਾ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਕਹਿੰਦੇ ਤੈਨੂੰ ਇਹ ਮਨੁੱਖਾ ਜਨਮ ਮਿਲ ਗਿਆ ਹੈ, ਪ੍ਰਾਪਤ ਹੋ ਗਿਆ। ਬੜੇ ਤਰਸਦੇ ਨੇ। ਸਤਿਗੁਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਦੇਹੀ ਕਉ ਸਿਮਰੈ ਦੇਵ। ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਆ, ਉਹ ਦੇਵਤੇ ਵੀ ਇਹ ਮਨੁੱਖਾ ਜੀਵਨ ਪ੍ਰਾਪਤ ਕਰਨ ਵਾਸਤੇ, ਮਨੁੱਖਾ ਸਰੀਰ ਪ੍ਰਾਪਤ ਕਰਨ ਵਾਸਤੇ ਤਰਲੇ ਲੈਂਦੇ ਨੇ। ਤੇ ਆਪ ਹੀ ਅੰਦਾਜ਼ਾ ਲਾਓ ਕਿਤੇ ਕਿੱਡੇ ਵੱਡੇ ਭਾਗ ਹੋਣਗੇ ਸਾਡੇ, ਜਿਨ੍ਹਾਂ ਦੇ ਕਰਕੇ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਬੜੇ ਲੰਬੇ ਸਮੇਂ ਬਾਅਦ। ਇਹਦੇ ਵਿੱਚ ਸ਼ੱਕ ਕੋਈ ਨਹੀਂ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ। ਬੜੇ ਲੰਬੇ ਸਮੇਂ ਬਾਅਦ ਇਹ ਮਨੁੱਖਾ ਜੀਵਨ ਪ੍ਰਾਪਤ ਹੋਇਆ। ਤੇ ਇੱਥੇ ਸਾਨੂੰ ਹੁਣ ਥੋੜਾ ਜਿਹਾ ਵਿਚਾਰਨਾ ਪਏਗਾ ਕਿ ਮਿਲਿਆ ਕਿਉਂ ਆ, ਕੀ ਰੀਜ਼ਨ ਹੈ, ਕਿਉਂ ਸੰਸਾਰ ਦੇ ਵਿੱਚ ਅਸੀਂ ਆਏ, ਕਿੱਥੇ ਜਾਣਾ ਹੈ। ਕੀ ਸਾਡੀ ਹਾਲਤ ਕਿਤੇ ਉਸ ਬਾਬਰ ਵਰਗੀ ਤਾਂ ਨਹੀਂ? ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਨੂੰ ਪੁੱਛਿਆ ਨਾ, ਬਾਬਰ ਇਹ ਜੀਵਨ ਬੜੀ ਮੁਸ਼ਕਲ ਦੇ ਨਾਲ ਬੜੇ ਲੰਬੇ ਸਮੇਂ ਬਾਅਦ ਮਿਲਿਆ, ਤੂੰ ਦੱਸ ਤੇਰੀ ਨਜ਼ਰ ਦੇ ਵਿੱਚ ਇਹ ਜੀਵਨ ਮਿਲਿਆ ਕਿਉਂ ਹੈ, ਕੀ ਰੀਜ਼ਨ ਹੈ? ਤੇ ਬਾਬਰ ਨੇ ਪਤਾ ਕੀ ਕਿਹਾ, ਕੀ ਜਵਾਬ ਦਿੱਤਾ? ਬਾਬਰ ਕਹਿੰਦਾ, ਬਾਬਰ ਬਾ ਐਸ਼ ਕੋਸ਼ ਦੁਬਾਰਾ ਨੇਸਤ। ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸਤ। ਉਹ ਕਹਿੰਦਾ ਮੈਂ ਤਾਂ ਇਹ ਗੱਲ ਸਮਝਦਾ, ਮੈਨੂੰ ਇੰਨੀ ਸਮਝ ਹੈ ਜਾਂ ਮੇਰੀ ਨਜ਼ਰ ਦੇ ਵਿੱਚ ਜ਼ਿੰਦਗੀ ਇਸ ਕਰਕੇ ਮਿਲੀ ਹੈ ਕਿ ਤੂੰ ਐਸ਼ ਕਰ, ਕਿਹੜਾ ਦੁਨੀਆ ਦੇ ਵਿੱਚ ਦੁਬਾਰਾ ਆਉਣਾ। ਇਹ ਜ਼ਿੰਦਗੀ ਤੈਨੂੰ ਮਿਲ ਗਈ ਹੈ ਤੇ ਇਸ ਜ਼ਿੰਦਗੀ ਦੇ ਵਿੱਚ ਜਿੰਨੀ ਐਸ਼ ਕਰ ਸਕਣਾ ਹੈ ਤੂੰ ਕਰ। ਕਿਤੇ ਆਪਣੇ ਅੰਦਰ ਝਾਤ ਮਾਰੀਏ, ਸਾਡੀ ਹਾਲਤ ਵੀ ਕਿਤੇ ਉਸ ਬਾਬਰ ਵਰਗੀ ਤਾਂ ਨਹੀਂ ਹੈ। ਕਿਤੇ ਅਸੀਂ ਵੀ ਇਹੀ ਗੱਲ ਤਾਂ ਨਹੀਂ ਸਮਝ ਕੇ ਬੈਠ ਗਏ ਕਿ ਇਹ ਜ਼ਿੰਦਗੀ ਮਿਲੀ ਹੈ, ਐਸ਼ ਕਰੀਏ, ਦੁਬਾਰਾ ਕੀ ਪਤਾ ਆਉਣਾ ਹੈ ਕਿ ਨਹੀਂ ਆਉਣਾ। ਪਰ ਮੈਂ ਇੱਥੇ ਇੱਕ ਗੱਲ ਕਹਿ ਦਿਆਂ ਸਾਧ ਸੰਗਤ, ਜੇਕਰ ਤਾਂ ਅਸੀਂ ਇਹ ਸੋਚ ਲੈ ਕੇ ਬੈਠੇ ਹੋਏ ਹਾਂ ਕਿ ਐਸ਼ ਕਰਨੀ ਹੈ ਜੀ, ਇਸੇ ਕਰਕੇ ਜੀਵਨ ਮਿਲਿਆ ਹੈ, ਤੇ ਇਸ ਸੋਚ ਨੂੰ ਆਪਾਂ ਜਿੰਨੀ ਛੇਤੀ ਤਿਆਗ ਦਈਏ ਚੰਗਾ ਹੈ। ਜਿੰਨੀ ਛੇਤੀ ਇਹ ਵਿਚਾਰ, ਇਹ ਥਾਟ ਸਾਡੇ ਮਾਈਂਡ ਦੇ ਵਿੱਚੋਂ ਚਲਾ ਜਾਵੇ, ਅਰੇਜ਼ ਹੋ ਜਾਏ, ਓਨਾ ਹੀ ਚੰਗਾ ਹੈ। ਕਿਉਂਕਿ ਜਦੋਂ ਤੱਕ ਇਹ ਖਿਆਲ, ਇਹ ਥਾਟ ਸਾਡੇ ਅੰਦਰ ਬੈਠਾ ਰਹੇਗਾ ਨਾ ਸਾਧ ਸੰਗਤ, ਅਸੀਂ ਇੱਕ ਵੀ ਕਦਮ ਆਪਣੀ ਮੰਜ਼ਿਲ ਵੱਲ ਨਹੀਂ ਵਧਾ ਪਾਉਣਾ। ਹਰ ਕੋਈ ਇਨਸਾਨ ਚਾਹੁੰਦਾ ਹੈ ਜੀਵਨ ਦੇ ਵਿੱਚ ਸਫਲਤਾ, ਪਰ ਉਹਨੂੰ ਸਫਲਤਾ ਪ੍ਰਾਪਤ ਕਰਨ ਵਾਸਤੇ ਚੱਲਣਾ ਪਏਗਾ, ਤੇ ਅਸੀਂ ਚੱਲ ਨਹੀਂ ਪਾ ਰਹੇ। ਰੀਜ਼ਨ ਕੀ ਹੈ ਕਿ ਇਹ ਵਿਚਾਰ ਸਾਡੇ ਅੰਦਰ ਕਿਤੇ ਬੈਠ ਗਿਆ ਹੈ ਕਿ ਇਹ ਜੀਵਨ ਮਿਲਿਆ ਇਸ ਵਾਸਤੇ ਹੈ ਕਿ ਮੌਜ ਕਰੀਏ, ਐਸ਼ ਕਰੀਏ। ਤੇ ਸਾਹਿਬ ਜੀ ਕਹਿੰਦੇ ਇਸ ਖਿਆਲ ਨੂੰ ਆਪਣੇ ਅੰਦਰੋਂ ਕੱਢ, ਇਹ ਕਿਸੇ ਪਰਪਸ ਵਾਸਤੇ ਤੈਨੂੰ ਮਿਲਿਆ। ਉਹ ਪਰਪਸ ਕੀ ਹੈ? ਗੁਰੂ ਅਰਜਨ ਸਾਹਿਬ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਇਹ ਬੜਾ ਸੁਹਾਵਣਾ ਮੌਕਾ ਮਿਲਿਆ ਹੈ, ਬੜਾ ਵਧੀਆ ਚਾਂਸ ਮਿਲਿਆ ਹੈ ਉਸ ਗੋਬਿੰਦ ਨੂੰ ਮਿਲਣ ਦਾ। ਤੇ ਐਸਾ ਨਾ ਹੋਵੇ ਕਿ ਇਸ ਫਜ਼ੂਲ ਜੇ ਥਾਟ ਦੇ ਵਿੱਚ ਫਸ ਕੇ, ਉਹਦੀ ਕੈਦ ਦੇ ਵਿੱਚ ਪੈ ਕੇ ਆਪਾਂ ਆਪਣੀ ਮੰਜ਼ਿਲ ਤੋਂ, ਆਪਣੀ ਡੈਸਟੀਨੇਸ਼ਨ ਤੋਂ ਭਟਕ ਜਾਈਏ, ਕੁਰਾਹੇ ਪੈ ਜਾਈਏ। ਤੇ ਉਹਦੇ ਵਾਸਤੇ ਕਰਨਾ ਕੀ ਪਏਗਾ? ਉਹਦੀ ਯਾਦ ਵਿੱਚ ਜੁੜਨਾ ਪਏਗਾ ਸਾਧ ਸੰਗਤ। ਵੈਸੇ ਨਾ ਇੱਕ ਗੱਲ ਬੜੀ ਕਿਸੇ ਵੇਲੇ ਮਨ ਦੇ ਵਿੱਚ ਆਉਂਦੀ ਹੈ ਕਿ ਸਾਡਾ ਨਾ ਸਿਸਟਮ ਪਤਾ ਕਿਸ ਤਰ੍ਹਾਂ ਦਾ ਹੋ ਗਿਆ ਹੈ। ਇਨਸਾਨ ਸਫਲਤਾ ਤਾਂ ਪ੍ਰਾਪਤ ਕਰਨਾ ਚਾਹੁੰਦਾ ਹੈ ਸੰਸਾਰਿਕ ਤੌਰ ਤੇ, ਪਰ ਜਦੋਂ ਧਿਆਨ ਮਾਰੀਦਾ ਇਹਨਾਂ ਸੰਸਾਰ ਵੱਲ ਤੇ ਕੀ ਨਜ਼ਰ ਆਉਂਦਾ ਹੈ ਕਿ ਇਨਸਾਨ ਵੇਸਟ ਬੜਾ ਕਰਦਾ ਜੀ। ਇਹਨੂੰ ਇਹ ਮਨ ਦੇ ਵਿੱਚ ਖਿਆਲ ਬੈਠ ਚੁੱਕਾ ਹੈ ਕਿ ਮੈਂ ਕਿਹੜਾ ਦੁਬਾਰਾ ਆਉਣਾ ਦੁਨੀਆ 'ਚ, ਮੌਜ ਕਰਾਂ, ਐਸ਼ ਕਰਾਂ। ਬਸ ਇਸ ਖਿਆਲ ਨੂੰ ਅੰਦਰ ਰੱਖ ਕੇ ਇਨਸਾਨ ਵੇਸਟ ਬਹੁਤ ਕਰਦਾ ਜੀ। ਕਿਤੇ ਗੌਰ ਦੇ ਨਾਲ ਦੇਖੀਏ ਨਾ ਤੇ ਸਮਝ ਪਏਗੀ ਕਿ ਜੋ ਕੁਛ ਰੱਬ ਨੇ ਸਾਨੂੰ ਦਿੱਤਾ, ਅਸੀਂ ਉਸ ਨੂੰ ਵੇਸਟ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਜੀ ਛੱਡੀ। ਜੇ ਰੱਬ ਨੇ ਹਵਾ ਦਿੱਤੀ ਹੈ ਤੇ ਉਸ ਹਵਾ ਨੂੰ ਵੀ ਅਸੀਂ ਬਰਬਾਦ ਕਰ ਦਿੱਤਾ, ਉਸ ਹਵਾ ਨੂੰ ਵੀ ਜ਼ਹਿਰੀਲਾ ਕਰ ਦਿੱਤਾ।
ਕੁਝ ਐਸੇ ਸ਼ਹਿਰ, ਕੁਝ ਐਸੀ ਕੰਟਰੀਜ਼ ਇਸ ਦੁਨੀਆ ਦੇ ਵਿੱਚ ਨੇ ਜਿੱਥੇ ਤੁਸੀਂ ਚੰਗੀ ਤਰ੍ਹਾਂ ਸਾਹ ਵੀ ਨਹੀਂ ਲੈ ਸਕਦੇ। ਥੋੜ੍ਹੇ ਦਿਨ ਪਹਿਲਾਂ ਇੱਕ ਨਿਊਜ਼ ਪੜ੍ਹੀ ਸੀ, ਦਿੱਲੀ ਦੇ ਵਿੱਚ ਇੱਕ ਕਿਸੇ ਨੇ ਸ਼ਾਪ ਓਪਨ ਕੀਤੀ ਹੈ, ਉੱਥੇ ਤੁਹਾਨੂੰ ਫਰੈਸ਼ ਆਕਸੀਜਨ ਜਿਹੜੀ ਹੈ ਉਹ ਬੋਟਲਸ ਦੇ ਵਿੱਚ ਪਾ ਕੇ ਦਿੱਤੀ ਜਾਂਦੀ ਹੈ, ਉਹਦੀ ਕੁਝ ਕਾਸਟ ਰੱਖ ਦਿੱਤੀ। ਇਹੋ ਜਿਹੀਆਂ ਸ਼ਾਪਸ ਖੁੱਲ੍ਹਣ ਦਾ ਰੀਜ਼ਨ ਕੀ ਹੈ ਕਿ ਜਿਹੜਾ ਨੈਚੁਰਲ ਸੋਰਸ ਪ੍ਰਮਾਤਮਾ ਨੇ ਸਾਨੂੰ ਦਿੱਤਾ, ਅਸੀਂ ਉਹਨੂੰ ਰੱਜ ਕੇ ਵੇਸਟ ਕੀਤਾ, ਕੋਈ ਕਸਰ ਬਾਕੀ ਨਹੀਂ ਛੱਡੀ। ਤੇ ਇਹੋ ਜਿਹੀ ਹਵਾ ਜਿਹਦੇ ਵਿੱਚ ਹੁਣ ਸਾਡਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ, ਤੇ ਦੁਕਾਨ ਤੋਂ ਖਰੀਦ ਕੇ ਸਾਨੂੰ ਆਕਸੀਜਨ ਲੈਣੀ ਪੈ ਰਹੀ ਹੈ, ਫਰੈਸ਼ ਏਅਰ ਜਿਹੜੀ ਹੈ ਉਹ ਲੈਣੀ ਪੈ ਰਹੀ ਹੈ। ਪਾਣੀ ਪ੍ਰਮਾਤਮਾ ਨੇ, ਕਹਿੰਦੇ ਨੇ 75% ਜਿਹੜਾ ਵਾ ਉਹ ਪਾਣੀ ਧਰਤੀ ਦੇ, ਪਰ ਹੁਣ ਖਿਆਲ ਕਰੋ ਕਿਤੇ 75% ਰਹਿ ਗਿਆ ਹੋਏਗਾ। ਪਰ ਅਜੇ ਵੀ ਸੰਸਾਰ ਦੇ ਵਿੱਚ ਰੌਲਾ ਪਿਆ ਹੋਇਆ ਹੈ ਕਿ ਜੀ ਪਾਣੀ ਖਤਮ ਹੋ ਰਿਹਾ ਹੈ, ਪਾਣੀ ਮੁੱਕ ਰਿਹਾ ਹੈ, ਇਹਦੀ ਸੰਭਾਲ ਕਰੋ। ਸਾਰਿਆਂ ਨੂੰ ਪਤਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ WhatsApp ਦੇ, Facebook ਦੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਨਿਊਜ਼ਪੇਪਰ ਦੇ ਵਿੱਚ ਜਾਂ TV ਨਿਊਜ਼ ਦੇ ਉੱਤੇ ਇੰਨੀ ਕੁ ਗੱਲ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ ਕਿ ਪਾਣੀ ਖਤਮ ਹੋ ਰਿਹਾ ਹੈ। ਦੁਨੀਆ ਦੇ ਲੋਕ ਕੁਰਲਾ ਰਹੇ ਨੇ, ਰੌਲਾ ਪਾ ਰਹੇ ਨੇ ਕਿ ਇਹਨੂੰ ਸੰਭਾਲੋ, ਪਰ ਇਹਦੇ ਬਾਵਜੂਦ ਵੀ ਅਸੀਂ ਵੇਸਟ ਕਰੀ ਜਾ ਰਹੇ ਹਾਂ। ਸੁਭਾਅ ਹੀ ਬਣ ਗਿਆ ਹੈ, ਕਿਹੜਾ ਮੈਂ ਦੁਬਾਰਾ ਆਉਣਾ ਦੁਨੀਆ ਤੇ। ਐਸ਼ ਕਰ, ਤੇ ਉਸ ਐਸ਼ ਦੇ ਚੱਕਰ ਦੇ ਵਿੱਚ ਪੈ ਕੇ ਨੈਚੁਰਲ ਸੋਰਸ ਨੂੰ ਅਸੀਂ ਬੁਰੀ ਤਰ੍ਹਾਂ ਵੇਸਟ ਕਰਦੇ ਪਏ ਹਾਂ। ਕਿਤੇ ਅਫਰੀਕਾ ਦੀ ਧਰਤੀ ਵੱਲ ਝਾਤੀ ਮਾਰੋ ਜਿੱਥੇ ਪਾਣੀ ਦੀ ਕਮੀ ਹੈ, ਕਿਤੇ ਚਲੋ ਇੰਡੀਆ ਦੀ ਗੱਲ ਕਰ ਲਈਏ, ਰੇਗਿਸਤਾਨ ਰਾਜਸਥਾਨ ਦੇ ਵਿੱਚ ਜਾ ਕੇ ਦੇਖੋ, ਜਿਨ੍ਹਾਂ ਨੂੰ ਪਾਣੀ ਬੜੀ ਬੜੀ ਦੂਰੋਂ ਚੱਲ ਕੇ ਲੈ ਕੇ ਆਉਣਾ ਪੈਂਦਾ ਹੈ, ਉਹਨਾਂ ਨੂੰ ਕਦਰ ਪੁੱਛੋ ਪਾਣੀ ਦੀ ਕੀ ਹੈ। ਜਿਨ੍ਹਾਂ ਦੇ ਕੋਲ ਪਾਣੀ ਹੋਵੇ ਉਹਨਾਂ ਨੂੰ ਕਦਰ ਕੋਈ ਨਹੀਂ, ਤੇ ਜਿਨ੍ਹਾਂ ਦੇ ਕੋਲ ਹੈ ਨਹੀਂ ਉਹਨਾਂ ਦੇ ਕੋਲੋਂ ਕਦਰ ਪੁੱਛ ਕੇ ਦੇਖੋ। ਵੇਸਟ ਕਰਦੇ ਪਏ ਆ ਜੀ, ਰੱਜ ਕੇ ਵੇਸਟ ਕਰਦੇ ਪਏ ਆ। ਪੇਪਰ, ਆ ਟਿਸ਼ੂ ਪੇਪਰ ਜਿਹੜੇ ਨੇ ਬਾਕਸਿਸ ਦੇ ਵਿੱਚ ਲੱਗੇ ਹੋਏ ਨੇ ਜੀ, ਹੱਥ ਧੋਤੇ ਨੇ, ਜਿੱਥੇ ਇੱਕ ਪੇਪਰ ਦੇ ਨਾਲ ਹੱਥ ਸਾਫ਼ ਹੋ ਸਕਦੇ ਸੀ, ਸੁੱਕ ਸਕਦੇ ਸੀ, ਪੰਜਾਬੀ 'ਚ ਕਹਿੰਦੇ ਨੇ ਹੱਥ ਪੂੰਝੇ ਜਾ ਸਕਦੇ ਸੀ, ਉੱਥੇ ਇੱਕ ਦੀ ਜਗ੍ਹਾ ਤੇ ਕੁਝ ਐਸੇ ਵੀ ਮੇਰੇ ਵਰਗੇ ਆਉਂਦੇ ਨੇ ਜਿਹੜੇ 4-4 5-5 ਕੱਢਦੇ ਨੇ, ਤੇ ਕਰਨਾ ਕੀ, ਬਸ ਇੱਕ ਵਾਰੀਆਂ ਕਰਕੇ ਤੇ ਸੁੱਟ ਦੇਣਾ। ਰੱਜ ਕੇ ਵੇਸਟ ਕਰਦੇ ਆ ਜੀ। ਪੇਪਰ ਕਿੱਥੋਂ ਬਣਦਾ ਹੈ, ਕਾਹਦਾ ਬਣਦਾ ਹੈ ਪੇਪਰ? ਆਹ ਜਿਹੜੇ ਦਰਖਤ ਨੇ ਨਾ, ਇਹਨਾਂ ਨੂੰ ਕੱਟਿਆ ਜਾਂਦਾ ਹੈ ਤੇ ਇਹਨਾਂ ਦੇ ਰਾਹੀਂ ਫਿਰ ਪੇਪਰ ਬਣਦਾ ਹੈ। ਸੋ ਵੇਸਟ ਕਰਨ ਦੇ ਵਿੱਚ ਸਾਡਾ ਕੋਈ ਮੁਕਾਬਲਾ ਨਹੀਂ ਜੇ ਕਰ ਸਕਦਾ। ਮੈਂ ਕਹਿੰਦਾ ਸਾਡੇ ਨਾਲੋਂ ਪਸ਼ੂ ਪੰਛੀ ਜਾਨਵਰ ਚੰਗੇ ਨੇ, ਉਹ ਕੁਛ ਵੀ ਵੇਸਟ ਨਹੀਂ ਜੇ ਕਰਦੇ, ਕੁਛ ਨਹੀਂ ਜੇ ਵੇਸਟ ਕਰਦੇ। ਅਸੀਂ ਸਭ ਤੋਂ ਜ਼ਿਆਦਾ ਵੇਸਟ ਕਰਦੇ ਹਾਂ। ਰੈਸਟੋਰੈਂਟ ਦੇ ਵਿੱਚ ਚਲੇ ਜਾਈਏ, ਖਾਣਾ ਆਰਡਰ ਕਰ ਲੈਣਾ ਜੀ ਬੇਸ਼ੁਮਾਰ, ਖਾਧਾ ਨਹੀਂ ਜਾਣਾ, ਉਹ ਵੀ ਵੇਸਟ। ਜਿਹੜੇ ਭੁੱਖੇ ਮਰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਦੀ ਕਦਰ ਕੀ ਹੈ ਉਸ ਖਾਣੇ ਦੀ। ਪਰ ਸਾਡੀ ਨਜ਼ਰ ਦੇ ਵਿੱਚ, ਸਾਡੀ ਜੇਬ 'ਚ ਪੈਸੇ ਨੇ ਨਾ, ਸਾਨੂੰ ਫਰਕ ਕੋਈ ਨਹੀਂ ਜੇ ਪੈਂਦਾ। ਲੰਗਰ ਅਸੀਂ ਪਵਾ ਲੈਣਾ ਪਲੇਟ ਦੇ ਵਿੱਚ ਇੱਕੇ ਵਾਰੀ, ਪਤਾ ਨਹੀਂ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ, ਇਹ ਖਿਆਲ ਹੁੰਦਾ ਸਾਡੇ ਮਨ ਦੇ ਵਿੱਚ। ਭਰ ਲੈਣੀ ਪਲੇਟ, ਖਾਧਾ ਜਾਣਾ ਨਹੀਂ। ਪੰਜਾਬੀ 'ਚ ਕਹਿੰਦੇ ਨੇ ਢਿੱਡ ਤੇ ਭਰ ਜਾਂਦਾ, ਅੱਖਾਂ ਨਹੀਂ ਭਰਦੀਆਂ। ਸਿੰਪਲ ਜੀ ਗੱਲ ਹੈ, ਢਿੱਡ ਰੱਜ ਜਾਂਦਾ ਹੈ, ਅੱਖਾਂ ਨਹੀਂ ਰੱਜਦੀਆਂ, ਨੀਤ ਨਹੀਂ ਰੱਜਦੀ ਬੰਦੇ ਦੀ। ਭਰ ਲੈਣੀ ਹੈ ਪਲੇਟ, ਖਾਧਾ ਨਹੀਂ ਜਾਣਾ, ਫਿਰ ਵੇਸਟ ਕਰਨਾ ਹੈ। ਅੱਜ ਕੱਲ੍ਹ ਬਾਕਸ ਨੇ 2-2 4-4 ਬਾਕਸ ਅਪ। ਮੈਂ ਕੋਈ ਕਟਾਕਸ਼ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਕਾ ਲੰਗਰ ਛਕਣਾ ਨਹੀਂ ਚਾਹੀਦਾ, ਛਕਣਾ ਚਾਹੀਦਾ ਹੈ, ਪਰ ਇੰਨਾ ਕੁ ਖਿਆਲ ਰਵੇ ਕਿ ਮੈਂ ਓਨਾ ਲੈ ਕੇ ਜਾਵਾਂ ਜਾਂ ਓਨਾ ਛਕਾਂ ਜਿੰਨਾ ਮੈਂ ਫਿਨਿਸ਼ ਕਰ ਸਕਾਂ। ਜੇਕਰ ਘਰ ਜਾ ਕੇ ਮੈਂ ਵੇਸਟ ਕਰਨਾ ਹੈ ਤੇ ਸਾਧ ਸੰਗਤ ਉਹਦੇ ਨਾਲੋਂ ਚੰਗਾ ਹੈ ਕਿ ਮੈਂ ਨਾ ਹੀ ਲੈ ਕੇ ਜਾਵਾਂ। ਸੋ ਵੇਸਟ ਕਰਨ ਦੇ ਵਿੱਚ ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਬਸ ਇਸੇ ਸੁਭਾਅ ਦੇ ਚੱਲਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ ਕਿ ਇਹ ਆਪਣੀ ਜ਼ਿੰਦਗੀ ਵੀ ਵੇਸਟ ਕਰਦਾ ਪਿਆ ਹੈ। ਖਿਆਲ ਕਰੋ, ਕਿਤੇ ਝਾਤ ਮਾਰੋ, ਜਿੱਥੇ ਸੰਸਾਰਿਕ ਤੌਰ ਤੇ ਨੈਚੁਰਲ ਸੋਰਸ ਨੂੰ ਅਸੀਂ ਵੇਸਟ ਕਰਦੇ ਪਏ ਹਾਂ, ਬਰਬਾਦ ਕਰਦੇ ਪਏ ਹਾਂ, ਉੱਥੇ ਆਪਣੀ ਇਸ ਪ੍ਰਾਈਸਲੈਸ ਲਾਈਫ ਨੂੰ ਵੀ ਵੇਸਟ ਕਰਦੇ ਪਏ ਹਾਂ। ਸਤਿਗੁਰੂ ਜੀ ਕਹਿੰਦੇ ਬਾਲ, ਜਵਾਨੀ ਅਰ ਬਿਰਧ ਫੁਨ, 3 ਹੀ ਅਵਸਥਾ ਨੇ ਜੀਵਨ ਦੀਆਂ। ਬਚਪਨ ਹੈ, ਜਵਾਨੀ ਹੈ ਤੇ ਬੁਢੇਪਾ ਹੈ। ਇਸ ਤੋਂ ਬਾਅਦ ਅੱਗੇ ਚੌਥੀ ਕੋਈ ਅਵਸਥਾ ਨਹੀਂ ਜੇ, ਫਿਰ ਅੱਗੇ ਬੁਢੇਪੇ ਤੋਂ ਅੱਗੇ ਮੌਤ ਹੀ ਹੈ। ਸਾਹਿਬ ਜੀ ਕਹਿੰਦੇ ਬਾਲ, ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ। ਬਿਰਥਾ ਦਾ ਮਤਲਬ ਕੀ ਹੈ ਜੀ? ਵੇਸਟ। ਬਿਰਥਾ ਸਭ ਹੀ ਮਾਨ। ਸਤਿਗੁਰੂ ਜੀ ਕਹਿੰਦੇ ਬਚਪਨ, ਜਵਾਨੀ ਤੇ ਬੁਢੇਪਾ,
ਜੇਕਰ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਤੂੰ ਰੱਬ ਨੂੰ ਯਾਦ ਨਹੀਂ ਕੀਤਾ, ਕਹੋ ਨਾਨਕ ਹਰ ਭਜਨ ਬਿਨ ਹਰੀ ਦੇ ਭਜਨ ਤੋਂ ਬਿਨਾ, ਉਹਦੀ ਬੰਦਗੀ ਤੋਂ ਬਿਨਾ ਬਿਰਥਾ ਸਭ ਹੀ ਮਾਨ। ਸਾਹਿਬ ਜੀ ਕਹਿੰਦੇ ਇਹ ਤਿੰਨੇ ਵੇਸਟ ਚਲੀਆਂ ਜਾਣਗੀਆਂ। ਜੇ ਤਿੰਨੇ ਵੇਸਟ ਚਲੀਆਂ ਗਈਆਂ, ਇਹਦਾ ਮਤਲਬ ਵੀ ਵੇਸਟਡ ਆਵਰ ਲਾਈਫ, ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ, ਵੇਸਟ ਕਰ ਦਿੱਤੀ, ਉਸੇ ਆਪਣੇ ਬਿਹੇਵੀਅਰ ਕਰਕੇ, ਆਪਣੇ ਨੇਚਰ ਕਰਕੇ, ਜਿਹੜਾ ਅਸੀਂ ਸੰਸਾਰਕ ਤੌਰ 'ਤੇ ਕਰਦੇ ਪਏ ਹਾਂ ਜੀ ਵੇਸਟ। ਸੇਮ ਉਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ। ਸਾਹਿਬਾਂ ਦੇ ਬਚਨ ਪੜ੍ਹੋ ਕਿਤੇ ਬਾਣੀ ਦੇ ਵਿੱਚੋਂ, ਪਤਾ ਕੀ ਕਹਿੰਦੇ ਸਤਿਗੁਰੂ ਜੀ? ਕਹਿੰਦੇ 12 ਬਰਸ ਬਾਲਪਨ ਬੀਤੇ, ਜ਼ਿੰਦਗੀ ਦੇ ਪਹਿਲੇ 12 ਸਾਲ ਜਿਹੜੇ ਨੇ ਉਹ ਬਚਪਨ ਵਿੱਚ ਲੰਘ ਗਏ। ਸਮਝ ਕੋਈ ਨਹੀਂ, ਖੇਡਣ ਕੁੱਦਣ ਦੇ ਵਿੱਚ ਸਮਾਂ ਲੰਘ ਗਿਆ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। 12 ਤੋਂ ਜਿਹੜੇ ਅਗਲੇ ਨੈਕਸਟ 20 ਈਅਰਸ ਨੇ, ਉਹਨਾਂ ਦੇ ਵਿੱਚ ਕੋਈ ਬੰਦਗੀ ਵਾਲਾ, ਸਿਮਰਨ ਵਾਲਾ ਕੰਮ ਨਹੀਂ ਕੀਤਾ। 12 ਪਲੱਸ 20, 12 ਪਲੱਸ 20, ਇਹ ਹੋ ਗਏ ਜੀ ਟੋਟਲ 32। 32 ਸਾਲਾਂ ਦੇ ਹੋ ਗਏ ਆ, ਪਰ 32 ਸਾਲਾਂ ਦੇ ਵਿੱਚ 32 ਈਅਰਸ ਤੱਕ ਰੱਬ ਨੂੰ ਯਾਦ ਹੀ ਨਹੀਂ ਕੀਤਾ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ। 12 ਪਲੱਸ 20 ਪਲੱਸ 30 ਕਿੰਨੇ ਹੋ ਗਏ ਜੀ? 62। 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। 62 ਸਾਲਾਂ ਦੇ ਜਦੋਂ ਹੋਏ ਨਾ, 62 ਈਅਰਸ ਤੱਕ ਪਹੁੰਚੇ, ਜਦੋਂ ਬੁਢੇਪਾ ਆ ਗਿਆ, 60 ਕੇ ਬੁਢੇਪਾ ਆਵੇ। ਬੜਾ ਪਿਆਰਾ ਬਚਨ ਸਤਿਗੁਰੂ ਜੀ ਕਹਿੰਦੇ 10 ਬਾਲ ਤਨ 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਗ ਖਿਸੈ। 60 ਮਤਲਬ 60 ਈਅਰਸ। 60 ਕੇ ਬੁਢੇਪਾ ਆਵੇ, 70 ਕਾ ਮਤਹੀਣ। ਜਦੋਂ 17 ਦਾ ਬੰਦਾ ਹੁੰਦਾ ਨਾ, ਸਤਿਗੁਰੂ ਜੀ ਕਹਿੰਦੇ ਉਹਦੀ ਮੱਤ ਮਰ ਜਾਂਦੀ ਜੇ, ਸੋਚਣ ਸ਼ਕਤੀ ਘਟ ਜਾਂਦੀ ਹੈ ਨਾ, ਸੋਚਦਾ ਨਹੀਂ ਹੈ ਕਿ ਕੀ ਬੋਲਣਾ ਹੈ, ਕਿਹਨੂੰ ਬੋਲਣਾ ਹੈ, ਕਦੋਂ ਬੋਲਣਾ ਹੈ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਸਨੀ ਮੂਲ ਨਾ ਜਾਣੇ ਅਪ ਬਲ, ਢੰਡੋਲੇ ਢੂੰਡਮ ਡਿੱਠ ਮੈਂ ਨਾਨਕ ਜਗ ਧੂਵੇਂ ਕਾ ਤਬਲਹਾਰ। ਸਤਿਗੁਰੂ ਜੀ ਕਹਿੰਦੇ ਬੁਢੇਪਾ ਆ ਗਿਆ, ਬੁਢੇਪੇ ਵਿੱਚ ਪਹੁੰਚਦਿਆਂ ਵੀ ਉਸ ਰੱਬ ਨੂੰ ਯਾਦ ਨਹੀਂ ਕੀਤਾ। ਇਨਸਾਨ ਦੀ ਫਿਤਰਤ ਪਤਾ ਕੀ ਹੈ, ਮੈਂਟੈਲਿਟੀ ਪਤਾ ਕੀ ਹੈ ਸਾਧ ਸੰਗਤ? ਜਦੋਂ ਤਾਂ ਹੁੰਦਾ ਹੈ ਬਚਪਨ ਦੇ ਵਿੱਚ, ਬਚਪਨਾ, ਇਹ ਬੱਚਾ ਹੈ, ਆਪਣੇ ਸਾਥੀਆਂ ਦੇ ਨਾਲ ਖੇਡਦਾ ਪਿਆ ਹੈ। ਕਦੇ ਕਦੇ ਬੱਚਿਆਂ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀਏ ਨਾ, ਕਿਤੇ ਗੌਰ ਦੇ ਨਾਲ, 2-4 ਬੱਚੇ ਇਕੱਠੇ ਹੋਏ ਨੇ, ਖੇਡਦੇ ਪਏ ਨੇ, ਤੇ ਆਪਸ ਵਿੱਚ ਵਿਚਾਰ ਕਰਦੇ ਨੇ, ਕਹਿੰਦਾ ਵੱਡਾ ਹੋ ਕੇ ਮੈਂ, ਕੋਈ ਕਹਿੰਦਾ ਮੈਂ ਡਾਕਟਰ ਬਣਾਂਗਾ, ਕੋਈ ਕਹਿੰਦਾ ਮੈਂ ਇੰਜੀਨੀਅਰ ਬਣਾਂਗਾ, ਕੋਈ ਕਹਿੰਦਾ ਮੈਂ ਪਾਇਲਟ ਬਣਾਂਗਾ। ਬਚਪਨ ਲੰਘ ਗਿਆ, ਜਵਾਨੀ ਆਈ, ਜਿਹੜੀ ਗੱਲ ਕਿਤੇ ਬਚਪਨ ਵਿੱਚ ਕੀਤੀ ਸੀ ਨਾ ਕਿ ਮੈਂ ਵੱਡਾ ਹੋ ਕੇ ਇਹ ਪੋਸਟ ਤੱਕ ਪਹੁੰਚਣਾ ਹੈ, ਮਿਹਨਤ ਕੀਤੀ, ਬਣ ਗਿਆ। ਕੋਈ ਡਾਕਟਰ ਬਣ ਗਿਆ ਹੈ, ਕੋਈ ਇੰਜੀਨੀਅਰ ਬਣ ਗਿਆ, ਕੋਈ ਪਾਇਲਟ ਬਣ ਗਿਆ, ਚੰਗਾ ਕਾਰੋਬਾਰ ਸੈੱਟ ਹੋ ਗਿਆ। ਹੁਣ ਜਵਾਨੀ ਦੇ ਵਿੱਚ ਸੋਚ ਪਤਾ ਕੀ ਹੈ? ਬਚਪਨ 'ਚ ਸੋਚ ਸੀ ਕਿ ਮੈਂ ਇੱਥੇ ਤੱਕ ਪਹੁੰਚਣਾ ਹੈ। ਹੁਣ ਜਵਾਨੀ ਦੇ ਵਿੱਚ ਸੋਚ ਹੈ ਕਿ ਮੈਂ ਇੰਨੀ ਕੁ ਮਾਇਆ ਇਕੱਠੀ ਕਰ ਲਵਾਂ, ਇੰਨੇ ਕੁ ਪੈਸੇ ਮੈਂ ਇਕੱਠੇ ਕਰ ਲਵਾਂ ਤਾਂ ਕਿ ਮੇਰਾ ਬੁਢੇਪਾ ਜਿਹੜਾ ਉਹ ਸੌਖਾ ਲੰਘ ਜਾਏ, ਮੈਨੂੰ ਕਿਸੇ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ। ਚਾਹੀਦਾ ਵੀ ਇੱਦਾਂ ਹੀ ਹੈ ਸਾਧ ਸੰਗਤ, ਵਿਚਾਰਨਾ ਚਾਹੀਦਾ ਹੈ। ਸੰਸਾਰਿਕ ਤੌਰ 'ਤੇ ਅੱਜ ਹਾਲਾਤ ਇਸ ਤਰ੍ਹਾਂ ਦੇ ਨੇ, ਮਾਫ ਕਰਨਾ ਮੈਂ ਕਹਿਣ ਲੱਗਾ, ਅੱਜ ਬੱਚੇ ਆਪਣੇ ਮਾਂ ਪਿਓ ਨੂੰ ਨਹੀਂ ਜੇ ਸੰਭਾਲ ਰਹੇ, ਤੇ ਮਾਂ ਪਿਓ ਨੂੰ ਇਸ ਜੀਵਨ ਦੇ ਵਿੱਚ ਖੁਦ ਹੀ ਇਹ ਸੋਚਣਾ ਪਏਗਾ ਕਿ ਮੈਂ ਜੇਕਰ ਬੁਢੇਪਾ ਮੇਰੇ ਤੇ ਆਏਗਾ ਤਾਂ ਉਸ ਬੁਢੇਪੇ ਦੇ ਵਿੱਚ ਮੇਰਾ ਗੁਜ਼ਾਰਾ ਕਿਵੇਂ ਚੱਲੇਗਾ ਜੇ ਮੇਰੇ ਬੱਚੇ ਮੈਨੂੰ ਨਹੀਂ ਸੰਭਾਲਦੇ। ਤਾਂ ਵਿਚਾਰ ਕਰਦਾ ਹੈ ਕਿ ਮੈਂ ਬੁਢੇਪਾ ਮੇਰਾ ਸੌਖਾ ਲੰਘ ਜਾਵੇ, ਇੰਨਾ ਕੁ ਮੈਂ ਇਕੱਠਾ ਕਰ ਲਵਾਂ। ਹੁਣ ਜਦੋਂ ਬੁਢੇਪਾ ਆਇਆ ਨਾ, ਖਿਆਲ ਕਰਿਓ, ਹੁਣ ਜਦੋਂ ਬੁਢੇਪਾ ਆਇਆ ਹੈ, ਹੁਣ ਇਹਨੂੰ ਚਾਹੀਦਾ ਸੀ ਕਿ ਫਿਰ ਅੱਗੇ ਦਾ ਸੋਚਦਾ, ਜਿਵੇਂ ਬਚਪਨ ਤੋਂ ਇਹਦੀ ਸੋਚ ਜਿਹੜੀ ਨਾ ਅੱਗੇ ਚੱਲਦੀ ਪਈ ਹੈ, ਬਚਪਨ ਤੋਂ ਜਵਾਨੀ ਦੀ ਸੋਚ ਹੈ, ਜਵਾਨੀ ਤੋਂ ਬੁਢੇਪੇ ਦੀ ਸੋਚ ਹੈ। ਹੁਣ ਬੁਢੇਪੇ ਵਿੱਚ ਪਹੁੰਚ ਕੇ ਵੀ ਇਹਨੂੰ ਅੱਗੇ ਦਾ ਸੋਚਣਾ ਚਾਹੀਦਾ ਸੀ। ਅੱਗੇ ਕੀ ਕਿ ਹੁਣ ਬੁਢੇਪੇ ਤੋਂ ਬਾਅਦ ਤਾਂ ਮੌਤ ਹੈ ਨਾ, ਤੇ ਮੇਰਾ ਅੱਗਾ ਕਿਵੇਂ ਸਵਰੇਗਾ? ਮੈਂ ਉਸ ਰੱਬ ਦੀ ਦਰਗਾਹ ਦੇ ਵਿੱਚ ਕਿਤੇ ਮੂੰਹ ਵਿਖਾਉਣ ਜੋਗਾ ਹੋ ਜਾਵਾਂ, ਕਿਤੇ ਉਹਨੂੰ ਯਾਦ ਕਰ ਲਾਂ, ਇਹ ਸੋਚ ਚਾਹੀਦੀ ਸੀ। ਪਰ ਹੋਇਆ ਕੀ? ਬੁਢੇਪੇ ਵਿੱਚ ਪਹੁੰਚ ਕੇ ਸੋਚ ਜਿਹੜੀ ਹੈ ਫਿਰ ਪਿੱਛੇ ਆ ਜਾਂਦੀ ਹੈ। ਪਿੱਛੇ ਕਿੱਥੇ? ਜਦੋਂ ਕਿਤੇ ਨੌਜਵਾਨਾਂ ਦੇ ਵਿੱਚ 4 ਬਜ਼ੁਰਗ ਕੋਈ ਬੈਠਾ ਹੋਵੇ ਨਾ, ਲਾਗੇ ਨੌਜਵਾਨ ਯੰਗਸਟਰ ਬੈਠੇ ਨੇ, ਤੇ ਬਜ਼ੁਰਗ ਆਪਣੀਆਂ ਜਵਾਨੀ ਦੀਆਂ ਗੱਲਾਂ ਸੁਣਾਏਗਾ,
ਉਹ ਤੁਹਾਡੇ ਕੋਲ ਤਾਂ ਕੰਮ ਹੀ ਨਹੀਂ ਹੁੰਦਾ। ਜਦੋਂ ਮੈਂ ਜਵਾਨ ਸੀ ਮੈਂ ਇਕੱਲਾ ਹੀ 3-3 4-4 ਬੰਦਿਆਂ ਦਾ ਕੰਮ ਕਰ ਜਾਂਦਾ ਸੀ। ਬੁਢੇਪੇ ਵਿੱਚ ਜਾ ਕੇ ਚਾਹੀਦਾ ਸੀ ਸੋਚਦਾ ਅੱਗੇ ਦੀ ਕਿ ਮੇਰਾ ਅਗਲਾ ਜੀਵਨ ਜਿਹੜਾ ਹੈ, ਨੈਕਸਟ ਆਉਣ ਵਾਲੀ ਲਾਈਫ ਜਿਹੜੀ ਹੈ ਆਫਟਰ ਡੈਥ, ਉਹ ਰੱਬ ਦੀ ਦਰਗਾਹ ਦੇ ਵਿੱਚ ਕਿਤੇ ਮੇਰਾ ਮੁੱਖ ਉਜਲਾ ਹੋ ਜਾਏ। ਇਹ ਸੋਚਣੀ ਚਾਹੀਦੀ ਸੀ ਤੇ ਰੱਬ ਨੂੰ ਯਾਦ ਕਰਨਾ ਚਾਹੀਦਾ ਸੀ, ਪਰ ਕੀਤਾ ਨਹੀਂ। ਸੋਚ ਪਿੱਛੇ ਆ ਗਈ, ਪਾਸਟ ਵਿੱਚ ਜ਼ਿੰਦਗੀ ਦੀਆਂ, ਜਵਾਨੀ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਤੇ ਇਸੇ ਕਰਕੇ ਭਾਈ ਗੁਰਦਾਸ ਨੇ ਫਿਰ ਕਿਹਾ, ਭਾਈ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ। ਭਰ ਜੋਬਨ ਭਰਮਾਇਆ, ਪਰ ਤਨ ਧਨ ਪਰ ਨਿੰਦ ਲੁਭਾਵੇ। ਬਿਰਧ ਹੋਵਾ ਜੰਜਾਲ ਵਿੱਚ, ਮਹਾਜਾਲ ਪਰਿਵਾਰ ਲੁਭਾਵੇ। ਕਹਿੰਦੇ ਬਲਹੀਣਾ ਮਤਹੀਨ ਹੋਏ, ਨਾਉ 72 ਬਰੜਾਵੇ। ਅੰਨਾ ਬੋਲਾ ਪਿੰਗਲਾ, ਬਿਰਧ ਅਵਸਥਾ ਦੀ ਗੱਲ ਹੈ ਜੀ। ਜਦੋਂ ਬੁਢੇਪਾ ਆ ਜਾਂਦਾ ਹੈ ਨਾ, ਫਿਰ ਸਰੀਰ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ ਜਿਹੜੀ ਜਵਾਨੀ ਦੇ ਵਿੱਚ ਸੀ। ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ, ਕੰਨਾਂ ਤੋਂ ਸੁਣਦਾ ਨਹੀਂ, ਪੈਰਾਂ ਤੋਂ ਚੱਲਿਆ ਨਹੀਂ ਜਾਂਦਾ, ਹੱਥ ਕੰਬਦੇ ਨੇ, ਅੱਖਾਂ 'ਚੋਂ ਪਾਣੀ ਵਹਿੰਦਾ ਹੈ, ਜ਼ੁਬਾਨ ਤੋਂ ਜਿਹਵਾ ਬਚਨ ਸੁੱਧ ਨਹੀਂ ਨਿਕਸੈ, ਜ਼ੁਬਾਨ ਤੋਂ ਚੰਗੀ ਤਰ੍ਹਾਂ ਕੋਈ ਲਫ਼ਜ਼ ਨਹੀਂ ਬੋਲਿਆ ਜਾਂਦਾ। ਅੰਨਾ ਬੋਲਾ ਪਿੰਗਲਾ, ਭਾਈ ਗੁਰਦਾਸ ਜੀ ਕਹਿੰਦੇ ਇਹ ਸਰੀਰ ਦੀ ਅਵਸਥਾ ਬਣ ਚੁੱਕੀ ਹੈ ਕਿ ਹੁਣ ਸਰੀਰ ਦੇ ਵਿੱਚੋਂ ਤਾਕਤ ਚਲੀ ਗਈ ਹੈ, ਕੁਛ ਕਰਨ ਦੇ ਯੋਗ ਨਹੀਂ ਰਹਿ ਗਿਆ, ਸੋਚਣ ਸ਼ਕਤੀ ਵੀ ਘੱਟ ਪੈ ਗਈ ਹੈ। ਤੇ ਲਾਸਟ ਪੰਕਤੀਆਂ ਦੇ ਵਿੱਚ ਭਾਈ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਸਾਧ ਸੰਗਤ ਗੁਰ ਸ਼ਬਦ ਵਿਣ, ਸਾਧ ਸੰਗਤ ਗੁਰ ਸ਼ਬਦ ਵਿਣ, 184 ਜੂਨ ਭਵਾਵੈ, ਅਵਸਰ ਚੁੱਕਾ ਹੱਥ ਨਾ ਆਵੇ। ਕਹਿੰਦੇ ਇਹ ਜਿਹੜਾ ਮੌਕਾ ਮਿਲਿਆ ਸੀ ਨਾ, ਇਸ ਮੌਕੇ ਨੂੰ ਇਸ ਇਨਸਾਨ ਨੇ ਵੇਸਟ ਗਵਾ ਦਿੱਤਾ ਆਪਣੇ ਬਣੇ ਹੋਏ ਸੁਭਾਅ ਦੇ ਕਰਕੇ। ਸ਼ੁਰੂ ਤੋਂ ਹੀ ਇਹਦਾ ਸੁਭਾਅ ਇਸ ਤਰ੍ਹਾਂ ਦਾ ਬਣਿਆ ਹੋਇਆ ਸੀ ਨਾ, ਵੇਸਟ ਕਰਨ ਵਾਲਾ, ਤੇ ਬੁਢੇਪੇ ਤੱਕ ਇਸ ਸੁਭਾਅ ਨੂੰ ਲੈ ਕੇ ਚੱਲਦਾ ਰਿਹਾ। ਤੇ ਹੋਇਆ ਕਿ ਇਹ ਜਿਹੜਾ ਪ੍ਰਾਈਸਲੈਸ ਜੀਵਨ ਇਸ ਨੂੰ ਮਿਲਿਆ ਸੀ, ਇਸ ਜੀਵਨ ਨੂੰ ਵੀ ਇਹਨੇ ਵੇਸਟ ਕਰ ਦਿੱਤਾ। ਸਾਧ ਸੰਗਤ, ਦੁਨੀਆ ਦੀ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਜੇ। ਅੱਜ ਤਾਂ ਸਮਾਂ ਇਸ ਤਰ੍ਹਾਂ ਦਾ ਹੈ, ਟੈਕਨੋਲੋਜੀ ਇੰਨੀ ਕੁ ਐਡਵਾਂਸ ਹੋ ਚੁੱਕੀ ਹੈ ਕਿ ਜੇਕਰ ਕਿਸੇ ਦੀ ਅੱਖ ਥੋੜ੍ਹੀ ਖਰਾਬ ਹੋ ਜਾਂਦੀ ਹੈ, ਉਹ ਅੱਖ ਜਿਹੜੀ ਹੈ ਟਰਾਂਸਪਲਾਂਟ ਹੋ ਜਾਂਦੀ, ਚੇਂਜ ਹੋ ਜਾਂਦੀ ਹੈ। ਜੇ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਤਾਂ ਉਹ ਵੀ ਚੇਂਜ ਹੋ ਜਾਂਦਾ ਹੈ। ਗੋਡੇ ਤੇ ਨਾਰਮਲ ਹੋ ਗਏ ਨੇ, ਚੇਂਜ ਹੋ ਜਾਂਦੇ ਨੇ। ਪਰ ਖਿਆਲ ਕਰਿਓ, ਆ ਜਿਹੜੀ ਜ਼ਿੰਦਗੀ ਮਿਲਦੀ ਹੈ ਨਾ ਰੱਬ ਵੱਲੋਂ, ਇਸ ਜ਼ਿੰਦਗੀ ਨੂੰ ਕੋਈ ਵੀ ਚੇਂਜ ਨਹੀਂ ਜੇ ਕਰ ਸਕਦਾ। ਇਸ ਜ਼ਿੰਦਗੀ ਨੂੰ ਕੋਈ ਖਰੀਦ ਨਹੀਂ ਜੇ ਸਕਦਾ। ਇੱਕ ਗਰੀਬ ਬੰਦਾ ਤਾਂ ਜੇਕਰ ਉਸ ਨੂੰ ਕਿਤੇ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ, ਉਹਨੂੰ ਵੀ ਚੇਂਜ ਨਹੀਂ ਕਰਵਾ ਸਕਦਾ। ਅਮੀਰ ਦੀ ਤਾਂ ਅਮੀਰ ਵਾਸਤੇ ਤਾਂ ਪਰਵਾਹ ਹੀ ਕੋਈ ਨਹੀਂ ਹੈ। ਪਰ ਖਿਆਲ ਕਰਿਓ, ਜ਼ਿੰਦਗੀ ਲਾਈਫ ਦੇ ਉੱਤੇ ਜਾ ਕੇ ਅਮੀਰ ਵੀ ਬੇਬਸ ਹੋ ਜਾਂਦਾ ਹੈ ਜਦੋਂ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ। ਸੋ ਇਹਨੂੰ ਵੇਸਟ ਨਾ ਕਰੀਏ, ਆਪਣੇ ਸੁਭਾਅ ਨੂੰ ਚੇਂਜ ਕਰੀਏ। ਬਾਬਰ ਵਾਲੀ ਸੋਚ ਨਾ ਰੱਖੀਏ ਕਿ ਐਸ਼ ਕਰੀਏ, ਮੌਜ ਕਰੀਏ, ਕਿਹੜਾ ਦੁਬਾਰਾ ਦੁਨੀਆ ਦੇ ਵਿੱਚ ਆਉਣਾ। ਨੈਚੁਰਲ ਸੋਰਸ ਨੂੰ ਵੀ ਸੰਭਾਲੀਏ, ਵੇਸਟ ਕਰਨਾ ਥੋੜ੍ਹਾ ਜਿਹਾ ਘੱਟ ਕਰੀਏ। ਹੌਲੀ ਹੌਲੀ ਘਟਾਵਾਂਗੇ ਤੇ ਇਹ ਆਦਤ ਜਿਹੜੀ ਹੈ ਨਾ ਚਲੀ ਜਾਏਗੀ, ਸ਼ਾਇਦ ਗੁਰੂ ਕਿਰਪਾ ਕਰੇ। ਕਿਤੇ ਜਦੋਂ ਵੀ ਕੁਝ ਆਪਾਂ ਵੇਸਟ ਕਰਨ ਲੱਗਦੇ ਨਾ, ਥੋੜ੍ਹਾ ਜਿਹਾ ਸੋਚਿਆ ਕਰੀਏ, ਜੇ ਰੱਬ ਨੇ ਇਹ ਚੀਜ਼ਾਂ ਸਾਨੂੰ ਦਿੱਤੀਆਂ ਨੇ, ਯੂਜ਼ ਕਰਨ ਵਾਸਤੇ ਦਿੱਤੀਆਂ ਨੇ, ਤਾਂ ਇਹਨਾਂ ਦੀ ਵਰਤੋਂ ਜਿਹੜੀ ਹੈ ਉਹ ਵੀ ਸੰਜਮ ਦੇ ਨਾਲ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਜੀ ਜੇਕਰ ਤਲਾਬ ਭਰਿਆ ਪਿਆ ਪਾਣੀ ਦਾ ਤਾਂ ਮੈਂ ਭਰ ਭਰ ਕੇ ਡੋਲੀ ਨਾ ਜਾਵਾਂ। ਸੰਜਮ ਦੇ ਨਾਲ, ਕਿਉਂਕਿ ਸਿਆਣੇ ਕਹਿੰਦੇ ਨੇ ਬੂੰਦ ਬੂੰਦ ਕਰਕੇ ਜੇ ਸਾਗਰ ਭਰ ਸਕਦਾ ਹੈ ਨਾ, ਤੇ ਬੂੰਦ ਬੂੰਦ ਕਰਕੇ ਉਹ ਖਾਲੀ ਵੀ ਹੋ ਸਕਦਾ ਹੈ। ਇੱਕ ਤੁਸੀਂ ਕਜ਼ਾਕਿਸਤਾਨ ਦੇ ਵਿੱਚ ਇੱਕ ਦਰਿਆ ਅਰਾਲ, ਉਹਦਾ ਨਾਂ ਹੈ ਜੀ ARAL, ਅਰਾਲ, ਕਿਤੇ ਚੈੱਕ ਕਰ ਲਿਓ, ਖਿਮਾ ਕਰਨਾ। ਉਹ ਅਰਾਲ ਜਿਹੜਾ ਰਿਵਰ ਹੈ ਨਾ, ਓਸ਼ਨ ਹੈ ਜਿਹੜਾ, ਉਹ ਸੁੱਕ ਚੁੱਕਾ ਹੈ, ਡਰਾਈਡ ਅਪ ਆਲਰੇਡੀ, ਸੁੱਕ ਚੁੱਕਾ ਹੈ ਉਹ ਕਜ਼ਾਕਿਸਤਾਨ ਦੇ ਵਿੱਚ, ਉਹ ਜਿਹੜਾ ਸਮੁੰਦਰ ਹੈ। ਤੇ ਭੁਲੇਖੇ 'ਚ ਨਾ ਰਿਹੋ। ਜੇ ਨੈਚੁਰਲ ਸੋਰਸ ਨੂੰ ਇਸੇ ਤਰ੍ਹਾਂ ਆਪਾਂ ਵੇਸਟ ਕਰਦੇ ਰਹੇ ਨਾ, ਤੇ ਉਹ ਦਿਨ ਦੂਰ ਨਹੀਂ ਜਦੋਂ ਪਾਣੀ ਦੀ ਬੂੰਦ ਬੂੰਦ ਨੂੰ ਤਰਸਾਂਗੇ। ਉਹ ਸਮਾਂ ਦੂਰ ਨਹੀਂ ਜਦੋਂ ਜਿਹੜੀ ਆਕਸੀਜਨ, ਅੱਜ ਤਾਂ ਸ਼ਾਪਸ ਖੁੱਲ ਰਹੀਆਂ ਨੇ ਵਿਰਲੀਆਂ, ਉਹ ਟਾਈਮ ਦੂਰ ਨਹੀਂ ਜਦੋਂ ਸਾਨੂੰ ਆਨਲਾਈਨ ਜਿੱਦਾਂ ਆਪਾਂ ਚੀਜ਼ਾਂ ਖਰੀਦਦੇ ਪਏ ਨਾ, ਸਾਨੂੰ ਆਕਸੀਜਨ ਵੀ ਆਰਡਰ ਕਰਨੀ ਪਿਆ ਕਰੇਗੀ। ਸਮਝੀਏ, ਇਹ ਲਾਈਫ ਨੂੰ ਆਪਾਂ ਵੇਸਟ ਨਾ ਕਰੀਏ। ਜਿਹੜਾ ਤਾਂ ਰੱਬ ਦੇ ਨਾਲ ਜੁੜ ਜਾਏਗਾ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਣ। ਉਹਦੀ ਬੰਦਗੀ ਤੋਂ ਬਿਨਾਂ ਬਚਪਨ ਵੀ ਵੇਸਟ ਚਲਾ ਗਿਆ,
ਉਹਦੀ ਬੰਦਗੀ ਤੋਂ ਬਿਨਾਂ ਜਵਾਨੀ ਵੀ ਵੇਸਟ ਚਲੀ ਗਈ, ਉਹਦੀ ਬੰਦਗੀ ਤੋਂ ਬਿਨਾਂ ਬੁਢੇਪਾ ਵੀ ਵੇਸਟ ਚਲਾ ਜਾਏਗਾ। ਪਰ ਖਿਆਲ ਕਰਿਓ, ਜਿਹੜਾ ਜੁੜ ਗਿਆ ਉਹਦੇ ਨਾਲ, ਉਹਦਾ ਸਫਲ ਹੋ ਜਾਏਗਾ, ਉਹਦਾ ਸਫਲ ਹੋ ਜਾਏਗਾ। ਤੇ ਜਿਹੜਾ ਜੁੜ ਗਿਆ ਨਾ, ਫਿਰ ਉਹ ਕੁਦਰਤ ਦੀ ਕਦਰ ਜਾਣਦਾ ਹੈ, ਉਹ ਵੈਲਿਊ ਜਾਣਦਾ ਹੈ ਨੇਚਰ ਦੀ, ਤੇ ਉਹਦੀ ਸੰਭਾਲ ਵਾਸਤੇ ਯਤਨ ਵੀ ਕਰਦਾ ਹੈ, ਕੋਸ਼ਿਸ਼ ਕਰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਸੰਭਾਲਿਆ ਜਾਵੇ। ਉਹ ਜਾਗਰਤੀ ਵੀ ਲੋਕਾਂ ਦੇ ਵਿੱਚ ਅਵੇਅਰ ਕਰਦਾ ਹੈ ਲੋਕਾਂ ਨੂੰ ਕਿ ਭਈ ਨਹੀਂ, ਇਹ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਇਹਨਾਂ ਦੀ ਸੰਭਾਲ ਜ਼ਰੂਰੀ ਹੈ। ਸਤ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਇਹੀ ਗੱਲ ਸਾਨੂੰ ਸਮਝਾਉਂਦੇ ਨੇ। ਆਪਣਾ ਵੇਸਟ ਕਰਨ ਵਾਲਾ ਸੁਭਾਅ ਤਿਆਗੀਏ, ਗੁਰੂ ਦੇ ਲੜ ਲੱਗ ਕੇ ਰੱਬ ਦੀ ਯਾਦ ਦੇ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ। ਇਉਂ ਆਪ ਤਿਆਗ ਸ਼ਰਨ ਗੁਰਦੇਵ, ਹਉਮੈ ਨੂੰ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਣਾ। ਇਉਂ ਰਤਨ ਜਨਮ ਕਾ ਹੋਏ ਉਧਾਰ। ਰਤਨ ਜਨਮ, ਰਤਨ ਮਤਲਬ ਬੜਾ ਕੀਮਤੀ ਜੀ, ਜੀਵਲ, ਪ੍ਰਾਈਸਲੈਸ। ਇਉਂ ਰਤਨ ਜਨਮ ਕਾ ਹੋਏ ਉਧਾਰ। ਇਸ ਤਰੀਕੇ ਦੇ ਨਾਲ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ, ਫਿਰ ਇਸ ਪ੍ਰਾਈਸਲੈਸ ਜੀਵਨ ਦਾ ਉਧਾਰ ਹੋ ਜਾਏਗਾ, ਇਹ ਸਫਲ ਹੋ ਜਾਏਗੀ, ਫਿਰ ਵੇਸਟ ਨਹੀਂ ਹੋਏਗੀ। ਨਾ ਇਹ ਜ਼ਿੰਦਗੀ ਵੇਸਟ ਹੋਏਗੀ, ਤੇ ਨਾ ਹੀ ਅਸੀਂ ਕੋਈ ਫਿਰ ਨੈਚੁਰਲ ਸੋਰਸ ਵੇਸਟ ਕਰਾਂਗੇ। ਗੁਰੂ ਕਿਰਪਾ ਕਰੇ ਕਿਤੇ ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੀ ਸਮਝ ਦੇ ਵਿੱਚ ਆ ਜਾਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸ਼ਬਦ ਹੈ ਨਾ ਜੀ, ਉਹ ਵੀ ਕਿਤੇ ਦਿਮਾਗ ਦੇ ਵਿੱਚ ਰੱਖੀਏ। ਪ੍ਰਾਨੀ ਨਾਰਾਇਣ ਸੁਧ ਲੇ, ਛਿਨ ਛਿਨ ਔਦ ਘਟੈ ਨਿਸਬਾਸੁਰ, ਬਿਰਥਾ ਜਾਤ ਹੈ ਦੇ। ਇਹ ਸਰੀਰ ਵੇਸਟ ਜਾ ਰਿਹਾ ਹੈ। ਤਰਨਾਪੋ ਬਿਖਿਆਣ ਸਿਉ ਖੋਇਓ, ਬਾਲਪਨ ਅਗਿਆਨਾ, ਬਿਰਧ ਪਾਇਓ ਅਜੂਹੂ ਨੈ ਸਮਝੈ, ਕੌਣ ਕੁਮਤ ਉਰਝਾਨਾ। ਕਹਿੰਦੇ ਕਿਹੜੀ ਭੈੜੀ ਮੱਤ ਤੂੰ ਧਾਰਨ ਕਰ ਲਈਏ, ਕਿਉਂ ਨਹੀਂ ਸਮਝਦਾ ਕਿ ਵੇਸਟ ਜਾ ਰਹੀ ਹੈ ਜ਼ਿੰਦਗੀ। ਗੁਰੂ ਕਿਰਪਾ ਕਰੇ ਕਿਤੇ ਅੱਖਾਂ ਖੁੱਲ੍ਹ ਸਕਣ, ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਤੇ ਨੇਚਰ ਨੂੰ ਸੰਭਾਲ ਸਕੀਏ ਜੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।